हाँ जी, सत श्री अकाल दोस्तों। ਜਿਹੜਾ ਅੱਜ ਤੇ ਟੌਪਿਕ ਆਪਾਂ ਡਿਸਕਸ ਕਰਾਂਗੇ ਇੰਡਸਟਰੀਅਲ ਰੈਵੋਲੂਸ਼ਨ। ਵੀ ਟੈਕਨੋਲੋਜੀ ਦੇ ਵਿੱਚ ਸਾਡਾ ਪਾਸਟ ਦੇ ਵਿੱਚ ਕੀ ਸੀ, ਸਾਡੇ ਪ੍ਰੈਜ਼ੈਂਟ ਦੇ ਵਿੱਚ ਕੀ ਹੈ ਤੇ ਫਿਊਚਰ ਦੇ ਵਿੱਚ ਕੀ ਹੋਏਗਾ। ਇਹ ਬੜਾ ਇੰਪੋਰਟੈਂਟ ਟੌਪਿਕ ਹੈ, ਇੰਜੀਨੀਅਰਿੰਗ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਇੰਡਸਟਰੀਅਲ ਰੈਵੋਲੂਸ਼ਨ। ਕਿਉਂਕਿ ਅੱਜ ਤੱਕ ਸਾਡੇ 4 ਇੰਡਸਟਰੀਅਲ ਰੈਵੋਲੂਸ਼ਨ, ਥਰਡ ਇੰਡਸਟਰੀਅਲ ਰੈਵੋਲੂਸ਼ਨ ਚੱਲ ਰਿਹਾ ਤੇ ਫੋਰਥ ਇੰਡਸਟਰੀਅਲ ਰੈਵੋਲੂਸ਼ਨ ਸਾਡਾ ਆਉਣ ਵਾਲਾ ਹੈ। ਠੀਕ ਹੈ, ਪਹਿਲੇ ਤਾਂ ਅਸੀਂ ਪ੍ਰੀ ਇੰਡਸਟਰੀਅਲ ਰੈਵੋਲੂਸ਼ਨ ਦੇਖਾਂਗੇ ਵੀ ਇੰਡਸਟਰੀ ਰੈਵੋਲੂਸ਼ਨ ਜਦੋਂ ਨਹੀਂ ਹੋਇਆ ਸੀ ਤੇ ਉਸ ਤੋਂ ਪਹਿਲਾਂ ਸਾਡੇ ਵਰਲਡ ਦੀ ਕੀ ਸਿਚੁਏਸ਼ਨ ਸੀ। ਜਿਹੜਾ ਫਾਰਮਿੰਗ ਸੀਗਾ ਉਹ ਸਾਡਾ ਮੇਨ ਓਕੂਪੇਸ਼ਨ ਸੀ। ਲਾਸਟ 10,000 ਸਾਲ ਤੋਂ ਲੋਕ ਖੇਤੀਬਾੜੀ 'ਤੇ ਜਿੰਦੇ ਰਹਿੰਦੇ ਸੀਗੇ। ਠੀਕ ਹੈ ਜੀ, ਇਹਦੇ ਲਈ ਕੀ ਕਰਦੇ ਸੀ, ਜਿਹੜੇ ਫੂਡ ਸੋਰਸਿਸ ਸੀਗੇ, ਠੀਕ ਹੈ, ਦੇ ਲਿਵਡ ਕਲੋਜ਼ ਟੂ ਫੂਡ ਸੋਰਸ। ਜਿਹੜੇ ਫੂਡ ਸੋਰਸਿਸ ਸੀ ਉਹਨਾਂ ਦੇ ਨਜ਼ਦੀਕ ਰਹਿੰਦੇ ਸੀਗੇ। ਸਾਰਾ ਕੁਝ ਲੋਕਲ ਹੁੰਦਾ ਸੀ। ਲੋਕੀ ਆਪਣੇ ਫੋਰਨ ਗੁੱਡਸ ਵਰ ਰੇਅਰ ਲਗਜ਼ਰੀ। ਠੀਕ ਹੈ ਜੀ, ਬਾਹਰਲੀ ਚੀਜ਼ ਤਾਂ ਇੱਕ ਲਗਜ਼ਰੀ ਦੇ ਵਿੱਚ ਆਉਂਦੀ ਸੀ। ਲੋਕ ਆਪਣੇ ਲਈ ਚੀਜ਼ਾਂ ਬਣਾਉਂਦੇ ਸੀ, ਡੇਲੀ ਚੀਜ਼ ਬਣਾਉਂਦੇ ਸੀ ਅਤੇ ਯੂਜ਼ ਕਰਦੇ ਸੀਗੇ। ਠੀਕ, ਪ੍ਰੋਡਕਸ਼ਨ ਆਫ ਗੁੱਡਸ ਵਾਜ਼ ਫॉर ਦਾ ਯੂਜ਼ ਰੈਦਰ ਦੈਨ ਪ੍ਰੋਫਿਟ। ਜਿਹੜੀ ਚੀਜ਼ਾਂ ਬਣਾਉਂਦੇ ਆਪਣੇ ਯੂਜ਼ ਲਈ ਬਣਾਉਂਦੇ ਸੀ, ਪ੍ਰੋਫਿਟ ਲਈ ਨਹੀਂ ਬਣਾਉਂਦੇ ਸੀਗੇ। ਜਿਹੜੀ ਚੀਜ਼ ਬਣਾਉਣੀ ਉਹਨਾਂ ਨੇ ਯੂਜ਼ ਕਰਨੀ, ਠੀਕ ਹੈ, ਪ੍ਰੋਫਿਟ ਲਈ ਨਹੀਂ, ਕੁਛ ਵੀ ਨਹੀਂ ਕਰਨਾ। ਠੀਕ ਹੈ ਜੀ, ਟਰੈਵਲ ਐਂਡ ਕਮਿਊਨੀਕੇਸ਼ਨ ਬਿਟਵੀਨ ਆਫ ਪਲੇਸਿਸ ਨੋਨ ਐਗਜ਼ਿਸਟੈਂਸ ਔਰ ਐਕਸਟ੍ਰੀਮਲੀ ਸੋ। ਇਸ ਲਈ ਜਦੋਂ ਉਹਨਾਂ ਨੇ ਆਪਣਾ ਛੋਟੇ ਛੋਟੇ ਇੱਕ ਕਬੀਲੇ ਬਣਾਏ ਸੀ, ਕਸਬੇ ਬਣਾਏ ਸੀ ਕਿ ਉਹਦੇ ਵਿੱਚ ਹਰ ਚੀਜ਼ ਦੀ ਜਿਹੜੀ ਜ਼ਰੂਰਤ ਵਾਲਾ ਸਮਾਨ ਉਹਨਾਂ ਨੂੰ ਮਿਲ ਜਾਂਦਾ ਸੀ ਇੱਕ ਦੂਜੇ ਤੋਂ। ਅਤੇ ਇਸ ਲਈ ਉਹਨਾਂ ਨੂੰ ਕਮਿਊਨੀਕੇਸ਼ਨ ਇੱਕ ਦੂਸਰੀ ਕਮਿਊਨਿਟੀ ਦੇ ਨਾਲ ਨਹੀਂ ਸੀ ਅਤੇ ਟਰੈਵਲ ਕਰਨਾ ਨਹੀਂ, ਮਤਲਬ ਜਾਣਦੇ ਨਹੀਂ ਸੀਗੇ। ਉਸ ਏਰੀਏ ਦੇ ਵਿੱਚ ਹੀ ਖੁਸ਼ ਸੀ ਕਿਉਂਕਿ ਉਹਨਾਂ ਨੂੰ ਜੋ ਰਿਕਵਾਇਰ ਚੀਜ਼ ਸੀ ਉਸ ਏਰੀਏ ਦੇ ਵਿੱਚ ਹੀ ਮਿਲ ਜਾਂਦੀ ਸੀ। ਇਹ ਸਾਡਾ ਦੁਨੀਆ ਦਾ ਨਕਸ਼ਾ ਹੈ। ਏਸ਼ੀਆ, ਅਫਰੀਕਾ, ਯੂਰਪ, ਸਾਊਥ ਅਮਰੀਕਾ, USA, ਕੈਨੇਡਾ, ਇਹ ਵਰਲਡ ਦਾ ਨਕਸ਼ਾ ਹੈ। ਠੀਕ ਹੈ, ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਜਿਹੜਾ ਸਾਡਾ ਸਟਾਰਟ ਹੋਇਆ ਸੀ, ਫਸਟ ਰੈਵੋਲੂਸ਼ਨ ਸਾਡਾ ਇੰਡਸਟਰੀਅਲ ਰੈਵੋਲੂਸ਼ਨ ਇਸ ਜਗ੍ਹਾ ਤੋਂ ਸਟਾਰਟ ਹੋਇਆ ਸੀ, ਯੂਰੋਪੀਅਨ ਕੰਟਰੀਜ਼ ਤੋਂ। ਠੀਕ ਹੈ, ਯੂਰੋਪੀਅਨ ਕੰਟਰੀਜ਼ ਤੋਂ ਕਿੱਥੋਂ ਸਟਾਰਟ ਹੋਇਆ ਸੀ? ਆ ਦੇਖੋ, ਸਭ ਤੋਂ ਜਿਹੜਾ ਪਹਿਲੀ ਚੀਜ਼ ਸੀਗੀ ਸਾਡੀ ਸੀਗੀ ਯੂਨਾਈਟਿਡ ਕਿੰਗਡਮ। ਯੂਨਾਈਟਿਡ ਕਿੰਗਡਮ, ਇੰਗਲੈਂਡ ਤੋਂ ਜਿਹੜਾ ਇਹ ਇੰਡਸਟਰੀਅਲ ਰੈਵੋਲੂਸ਼ਨ ਸਟਾਰਟ ਹੋਇਆ ਸੀ, ਫਸਟ ਇੰਡਸਟਰੀਅਲ ਰੈਵੋਲੂਸ਼ਨ। ਇਹ ਫਰਾਂਸ ਦੇ ਵਿੱਚ, ਜਰਮਨੀ ਦੇ ਵਿੱਚ, ਆਸਟਰੋ ਹੰਗਰੀ, ਇਟਲੀ, ਇਹ ਸਾਰੇ ਇਹ ਚੀਜ਼ਾਂ ਦੇ ਵਿੱਚ ਫੈਲਦਾ ਗਿਆ। ਠੀਕ ਹੈ, ਉੱਥੇ ਇੱਦਾਂ ਦਾ ਕੀ ਸੀਗਾ ਇੰਗਲੈਂਡ ਦੇ ਵਿੱਚ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਸਟਾਰਟ ਹੋਇਆ? ਇਹ ਬੜਾ ਵੱਡਾ ਕੁਐਸਚਨ ਹੈ। ਦੇਖੋ, ਜਿਹੜਾ ਫਸਟ ਫੇਸ ਆਫ ਇੰਡਸਟਰੀਅਲ ਰੈਵੋਲੂਸ਼ਨ ਜਿਹਨੂੰ ਕਹਿੰਦੇ ਹਾਂ ਅਸੀਂ, ਇਹ 1760 ਤੋਂ ਲੈ ਕੇ 1850 ਤੱਕ ਹੋਇਆ ਸੀ। ਠੀਕ ਹੈ, ਇਹਨੂੰ ਕਹਿੰਦੇ ਸੀ ਏਜ ਆਫ ਮਕੈਨੀਕਲ ਪ੍ਰੋਡਕਸ਼ਨ। ਮਕੈਨੀਕਲ ਦੇ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋਈ ਕਿਉਂਕਿ ਜਿਹੜੇ ਇਸ ਤੋਂ ਪਹਿਲਾਂ ਜਿਹੜੇ ਲੋਕ ਸੀਗੇ ਉਹ ਹੈਂਡ ਪ੍ਰੋਡਕਸ਼ਨ ਮੈਥਡਸ ਯੂਜ਼ ਹੁੰਦੇ ਸੀਗੇ, ਹੱਥੀਂ ਕੰਮ ਕਰਦੇ ਸੀ, ਹੱਥ ਪ੍ਰੋਡਕਸ਼ਨ ਸੀ। ਫਿਰ ਇਸ ਇੰਡਸਟਰੀਅਲ ਰੈਵੋਲੂਸ਼ਨ ਦੇ ਵਿੱਚ ਮਸ਼ੀਨਾਂ ਬਣਨੀਆਂ ਸ਼ੁਰੂ ਹੋਈਆਂ। ਇਸ ਮਸ਼ੀਨਾਂ ਕਿਉਂ ਬਣਨੀਆਂ ਸ਼ੁਰੂ ਹੋਈਆਂ? ਦੇਖੋ, ਇਸ ਦਾ ਸਭ ਤੋਂ ਵੱਡਾ ਕਾਰਨ ਦੋ ਚੀਜ਼ਾਂ ਨੇ। ਇੱਕ ਤਾਂ ਇੰਗਲੈਂਡ ਦੇ ਵਿੱਚ ਕੋਲਾ ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ ਸੀਗਾ ਅਤੇ ਆਇਰਨ ਵੀ ਬੜੀ ਜ਼ਿਆਦਾ ਕੁਆਂਟਿਟੀ ਸੀਗਾ। ਹੁਣ ਉਸ ਤੋਂ ਪਹਿਲਾਂ ਲੋਕ ਜਿਹੜੇ ਕਰਦੇ ਸੀਗੇ, ਇੱਕ ਕਿਸੇ ਵੀ ਜਦੋਂ ਲੋਹੇ ਨੂੰ ਅਸੀਂ ਹੀਟ ਦੇਣੀ ਹੈ ਅਤੇ ਲੱਕੜਾਂ ਦੇ ਨਾਲ ਹੀਟ ਦਿੰਦੇ ਸੀਗੇ, ਉਹਦਾ ਟੈਂਪਰੇਚਰ ਇੰਨਾ ਜ਼ਿਆਦਾ ਨਹੀਂ ਹੁੰਦਾ ਸੀ ਜਿਸ ਨਾਲ ਅਸੀਂ ਆਇਰਨ ਨੂੰ ਅਸੀਂ ਜੋ ਇੱਕ ਮਨਚਾਹੀ ਸ਼ੇਪ ਦੇ ਵਿੱਚ ਕਨਵਰਟ ਨਹੀਂ ਕਰ ਸਕਦੇ ਸੀ। ਜਦੋਂ ਕੋਲੇ ਦਾ ਪਤਾ ਲੱਗਿਆ, ਠੀਕ ਹੈ, ਕੋਲੇ ਦੀ ਜਿਹੜੀ ਹੀਟ ਟੈਂਪਰੇਚਰ ਕਪੈਸਿਟੀ ਸੀ ਬਹੁਤ ਜ਼ਿਆਦਾ ਸੀ। ਜਦੋਂ ਕੋਲੇ ਦਾ ਉਸ ਟੈਂਪਰੇਚਰ 'ਤੇ ਮਤਲਬ ਆਇਰਨ ਨੂੰ ਯੂਜ਼ ਕਰਦੇ ਸੀ ਤਾਂ ਅਸੀਂ ਕਿਸੇ ਵੀ ਸ਼ੇਪ 'ਚ ਵੀ ਉਹਨੂੰ ਯੂਜ਼ ਕਰ ਸਕਦੇ ਸੀਗੇ। ਠੀਕ ਹੈ, ਅਤੇ ਉਸ ਤੋਂ ਬਾਅਦ ਜਿੰਨੇ ਵੀ ਮਕੈਨੀਕਲ ਪ੍ਰੋਡਕਸ਼ਨਸ ਹੋਈਆਂ ਨੇ ਉਸ ਤੋਂ ਬਾਅਦ 'ਚ ਹੋਈਆਂ ਕਿਉਂਕਿ ਉਸ ਤੋਂ ਬਾਅਦ ਅਸੀਂ ਇੰਗਲੈਂਡ ਦੇ ਵਿੱਚ ਅਸੀਂ ਡਿਫਰੈਂਟ ਸ਼ੇਪਸ ਦੇ ਵਿੱਚ ਆਇਰਨ ਨੂੰ ਕਨਵਰਟ ਕਰ ਸਕਦੇ ਸੀਗੇ। ਇਹ ਬਹੁਤ ਵੱਡੀ ਅਚੀਵਮੈਂਟ ਸੀ ਕੋਲੇ ਦੀ ਅਤੇ ਆਇਰਨ ਦੀ। ਠੀਕ ਹੈ ਜੀ, ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਲੱਕੜੀ ਸੀ ਉਸ ਨੂੰ ਅਸੀਂ ਟੈਂਪਰੇਚਰ ਨਹੀਂ ਜ਼ਿਆਦਾ ਕਰ ਸਕਦੇ ਸੀਗੇ। ਉਸ ਤੋਂ ਬਾਅਦ ਅਸੀਂ ਕਿਤੇ ਯੂਜ਼ ਆਫ ਆਇਰਨ ਵਰ ਸਟਾਰਟਡ ਐਟ ਕਮਰਸ਼ੀਅਲ ਲੈਵਲ ਇਨ ਮੇਕਿੰਗ ਮਸ਼ੀਨ ਟੂਲਸ, ਸਟੀਮ ਇੰਜਨ ਐਂਡ ਨਿਊ ਇਨਵੈਂਸ਼ਨ। ਫਿਰ ਜਿੰਨੇ ਮਸ਼ੀਨ ਟੂਲ ਸੀਗੇ, ਸਟੀਮ ਇੰਜਨ ਸੀਗੇ ਅਤੇ ਨਿਊ ਇਨਵੈਂਸ਼ਨਸ ਆਇਰਨ ਦੇ ਨਾਲ, ਕੋਲੇ ਦੇ ਨਾਲ ਪੋਸੀਬਲ ਹੋ ਸਕੀਆਂ। ਇਸ ਤੋਂ ਪਹਿਲਾਂ ਉਹ ਨਹੀਂ ਪੋਸੀਬਲ ਸੀ ਕਿਉਂਕਿ ਉਸ 'ਤੇ ਇੰਨਾ ਟੈਂਪਰੇਚਰ ਨਹੀਂ ਅਸੀਂ ਦੇ ਸਕਦੇ ਸੀਗੇ। ਠੀਕ ਹੈ, ਜਿਹੜਾ ਸਟੀਮ ਇੰਜਨ ਸੀ, ਅਰਲੀਅਰ ਸਟੀਮ ਇੰਜਨ ਵਾਜ਼ ਇਨਵੈਂਟਡ ਟੂ ਪੰਪ ਵਾਟਰ ਆਊਟ ਆਫ ਕੋਲ। ਕਿਉਂਕਿ ਉਸ ਟਾਈਮ ਦੇ ਵਿੱਚ ਸਟੀਮ ਇੰਜਨ ਬਹੁਤ ਹੀ ਵੱਡੀ ਕਾਢ ਸੀ। ਪਹਿਲਾਂ ਸਭ ਤੋਂ ਵੱਡੀ ਸੀ ਕੋਲਾ। ਕੋਲੇ ਦੇ ਟੈਂਪਰੇਚਰ ਦੇ ਨਾਲ ਅਸੀਂ ਆਇਰਨ ਦੀ ਕਿਸੇ ਵੀ ਸ਼ੇਪ 'ਚ ਕਨਵਰਟ ਕਰ ਸਕਦੇ ਸੀ। ਉਹਦੇ ਨਾਲ ਸਟੀਮ ਇੰਜਨ ਬਣਿਆ। ਪਹਿਲੇ ਇਸ ਨੂੰ ਅਸੀਂ ਜਿਹੜੇ ਕੋਲਿਆਂ ਦੀ ਖਾਨਾ ਸੀ ਨਾ ਉਹਨਾਂ ਦੇ ਵਿੱਚੋਂ ਪਾਣੀ ਨੂੰ ਬਾਹਰ ਕੱਢਣ ਲਈ ਯੂਜ਼ ਕਰਦੇ ਸੀਗੇ। ਉਸ ਤੋਂ ਬਾਅਦ ਜਿਹੜਾ ਇਹ ਸਟੀਮ ਇੰਜਨ ਸੀਗਾ ਅਸੀਂ ਸਟੀਮ ਲੋਕੋਮੋਟਿਵ 'ਤੇ ਯੂਜ਼ ਕਰਨ ਲੱਗ ਗਏ, ਰੇਲ ਵਿੱਚ ਯੂਜ਼ ਕਰਨ ਲੱਗ ਗਏ, ਸਟੀਮ ਬੋਟਸ, ਟੈਕਸਟਾਈਲ ਇੰਡਸਟਰੀ, ਪਾਵਰ ਜਨਰੇਸ਼ਨ। ਇਸ ਤੋਂ ਬਾਅਦ ਇਸ ਇੰਜਨ ਨੂੰ ਬਹੁਤ ਜਗ੍ਹਾ 'ਤੇ ਯੂਜ਼ ਕਰਨ ਲੱਗ ਗਏ ਅਤੇ ਜਿਹਦੇ ਨਾਲ ਫਸਟ ਟ੍ਰੇਨ ਜਿਹੜੀ ਸੀ 1830 ਦੇ ਵਿੱਚ ਬਣਾਈ ਗਈ। ਠੀਕ ਹੈ, ਕਿਉਂਕਿ ਲੋਹੇ ਦੀ ਜਿਹੜੀ ਬੜੀ ਇੰਪੋਰਟੈਂਟ ਜਿਹੜੀ ਸੀ ਉਸ ਚੀਜ਼ਾਂ ਨੂੰ ਸ਼ੇਪ ਦੇਣ ਲੱਗ ਗਏ।
ਫਿਰ ਉਹਦੇ ਨਾਲ ਕੈਮੀਕਲ ਮੈਨੂਫੈਕਚਰਿੰਗ ਪਲਾਂਟਸ ਵੀ ਲੱਗ ਗਏ ਤੇ ਇੰਡਸਟਰੀ ਸਿਸਟਮ ਦੀ ਇੱਕ ਗਰੋਥ ਹੋਈ ਇੰਡਸਟਰੀਅਲ ਰੈਵੋਲੂਸ਼ਨ ਦੇ ਵਿੱਚ। ਟੈਕਸਟਾਈਲ ਇੰਡਸਟਰੀ started working at large scale and completely machinized by 1830। ਟੈਕਸਟਾਈਲ ਇੰਡਸਟਰੀ ਦੇ ਵਿੱਚ ਬਹੁਤ ਕੰਮ ਹੋਇਆ ਉਹਨਾਂ ਟਾਈਮ ਦੇ ਵਿੱਚ। ਇੰਗਲੈਂਡ ਦੇ ਵਿੱਚ ਕੱਪੜਾ ਬਹੁਤ ਬਣਦਾ ਸੀਗਾ, ਠੀਕ ਹੈ, ਤੇ 1830 ਦੇ ਵਿੱਚ ਕਾਫੀ ਮਸ਼ੀਨਾਂ ਜਿਹੜੀਆਂ ਕੰਪਲੀਟਲੀ ਮਸ਼ੀਨਾਈਜ਼ਡ ਹੋ ਗਿਆ ਸਾਰਾ ਕੁਝ ਇੰਗਲੈਂਡ ਦੇ। ਹੁਣ ਦੇਖੋ ਇੰਡਸਟਰੀ ਹੋਈਆਂ, ਕਿਉਂਕਿ ਉਹ ਇਸ ਲਈ ਪੋਸੀਬਲ ਹੋ ਗਿਆ ਕਿਉਂਕਿ ਨਵੀਆਂ ਇਨਵੈਂਸ਼ਨਸ ਹੋਈਆਂ ਟੈਕਸਟਾਈਲ ਦੇ ਵਿੱਚ, ਜਿੱਦਾਂ ਫਲਾਈਂਗ ਸ਼ਟਲਸ ਨੇ, ਉੱਪਰ ਜਿਹਦੇ ਸਨੈਪਸ ਬਣੀ ਹੋਈਆਂ ਨੇ, ਠੀਕ ਹੈ, ਵੀਵਿੰਗ ਇੰਡਸਟਰੀਜ਼, ਸਪਿਨਿੰਗ ਜੈਨੀ, ਠੀਕ ਹੈ, ਐਨੇਬਲਿੰਗ ਦਾ ਸਪਿਨਿੰਗ ਆਫ ਹੰਡਰਡਸ ਆਫ yarns ਟੁਗੇਦਰ। ਪਹਿਲੇ ਇੱਕ ਇੱਕ ਧਾਗਾ ਹੁੰਦਾ ਸੀ, ਪਰ ਸਪਿਨਿੰਗ ਜੈਨੀ ਨਾਲ ਕੀ ਹੋਇਆ, ਅਸੀਂ ਹੰਡਰਡਸ ਜਿਹੜੇ ਨੇ yarns ਨੂੰ ਇਕੱਠੇ ਅਸੀਂ ਯੂਜ਼ ਕਰਨ ਲੱਗ ਗਏ, ਠੀਕ ਹੈ। ਪਾਵਰ ਲੂਮਸ, ਵਾਟਰ ਫਰੇਮਸ, ਸਪਿਨਿੰਗ ਮੂਲਸ, ਕੋਟਨ, ਇਹ ਜਿਹੜੇ ਨਵੀਂ ਪ੍ਰੋਡਕਸ਼ਨ ਸੀ ਆ ਦੇਖੋ, ਇਹਨਾਂ ਦੇ ਨਾਲ ਟੈਕਸਟਾਈਲ ਦਾ ਬਹੁਤ ਜ਼ਿਆਦਾ ਗਰੋਥ ਹੋਇਆ। ਹੁਣ ਦੇਖੋ ਇੰਗਲੈਂਡ ਦੇ ਵਿੱਚ ਕੀ ਹੋਇਆ, ਜਦੋਂ ਹੁਣ ਇੰਗਲੈਂਡ ਵਾਲਿਆਂ ਕੋਲ ਪ੍ਰੋਡਕਸ਼ਨ ਬਹੁਤ ਜ਼ਿਆਦਾ ਸੀ। ਹੁਣ ਦੋ ਚੀਜ਼ਾਂ ਨੇ ਕਿਸੇ ਵੀ ਇੰਡਸਟਰੀ ਦੀ, ਕਿਸੇ ਵੀ ਪ੍ਰੋਡਕਟ ਲਈ, ਇੱਕ ਤਾਂ ਹੁੰਦਾ ਰॉ ਮਟੀਰੀਅਲ, ਇੱਕ ਹੁੰਦਾ ਆਊਟਪੁੱਟ ਜੋ ਉਹਦੀ ਪ੍ਰੋਡਕਸ਼ਨ ਹੈ। ਹੁਣ ਇੰਗਲੈਂਡ ਦੇ ਵਿੱਚ ਜਿਹੜਾ ਰॉ ਮਟੀਰੀਅਲ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਵੱਧ ਗਈ। ਉਹਨਾਂ ਨੇ ਕੀ ਕੀਤਾ, ਇੰਗਲੈਂਡ ਵਾਲਿਆਂ ਨੇ ਦੂਸਰੇ ਕੰਟਰੀਜ਼ ਉੱਤੇ ਕਬਜ਼ਾ ਕਰਨਾ ਸਟਾਰਟ ਕਰਤਾ ਤਾਂ ਕਿ ਰॉ ਮਟੀਰੀਅਲ ਉਹਨਾਂ ਤੋਂ ਮਿਲਦਾ ਰਹੇ, ਜਿੱਦਾਂ ਇੰਡੀਆ ਸੀ, ਹੋਰ ਕੰਟਰੀ ਸੀਗੇ, ਠੀਕ ਹੈ। ਫਿਰ ਜਿਹੜੀ ਪ੍ਰੋਡਕਸ਼ਨ ਹੁੰਦੀ ਸੀ ਬਹੁਤ ਜ਼ਿਆਦਾ ਹੁੰਦੀ ਸੀ, ਕਿਉਂਕਿ ਇਹ ਪ੍ਰੋਡਕਸ਼ਨ ਸੇਲ ਕਰਨ ਲਈ ਵੀ ਸੀ, ਇਸ ਲਈ ਕਲੋਨਾਈਜ਼ ਸਿਸਟਮ ਸਟਾਰਟ ਹੋਇਆ ਸੀ, ਜਿਹੜੇ ਇੰਗਲੈਂਡ ਵਾਲੇ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਕਬਜ਼ਾ ਕਰਦੇ ਸੀ। ਪਹਿਲੀ ਤਾਂ ਇੱਕ ਤਾਂ ਰॉ ਮਟੀਰੀਅਲ ਦੀ ਡਿਮਾਂਡ ਪੂਰੀ ਹੁੰਦੀ ਸੀ, ਸੈਕਿੰਡ ਜਿਹੜਾ ਸੀਗਾ ਉਹਨਾਂ ਦੀ ਪ੍ਰੋਡਕਸ਼ਨ ਜਿਹੜੀ ਸੀ ਉਹ ਸੇਲ ਹੁੰਦੀ ਸੀ ਅਤੇ ਪੈਸਾ ਮਿਲਦਾ ਸੀਗਾ, ਠੀਕ ਹੈ ਜੀ। ਦੇਖੋ ਫਸਟ ਫੇਸ ਆਫ ਇੰਡਸਟਰੀਅਲ ਰੈਵੋਲੂਸ਼ਨ ਬਿਗੇਨ ਇਨ ਇੰਗਲੈਂਡ ਐਂਡ ਲੇਟਰ ਸਪਰੈਡ ਟੂ ਫਰਾਂਸ, ਜਰਮਨੀ, ਨੀਦਰਲੈਂਡ, ਆਸਟਰੋ ਹੰਗਰੀ ਐਂਡ ਅਦਰ ਨੇਸ਼ਨ। ਮੈਂ ਦੱਸਿਆ ਸੀ ਨਾ ਤੁਹਾਨੂੰ ਹੁਣੇ, ਕਿਆ ਦੇਖੋ ਇੰਗਲੈਂਡ ਤੋਂ ਸ਼ੁਰੂ ਹੋਇਆ ਸੀ, ਇੰਗਲੈਂਡ ਤੋਂ ਸ਼ੁਰੂ ਹੋਣ ਦੇ ਨਾਲ ਆ ਦੇਖੋ ਆ ਇੰਗਲੈਂਡ ਹੈ, ਇੰਗਲੈਂਡ ਤੋਂ ਸ਼ੁਰੂ ਹੋ ਕੇ ਫਰਾਂਸ, ਜਰਮਨੀ, ਆਸਟਰੋ ਹੰਗਰੀ ਪਹਿਲੇ ਇਕੱਠਾ ਹੀ ਹੁੰਦਾ ਸੀ, ਠੀਕ ਹੈ। ਇਹ ਸਾਰੇ ਕੰਟਰੀਜ਼ ਦੇ ਵਿੱਚ ਜਿਹੜੀ ਉਹ ਇੰਡਸਟਰੀਅਲ ਰੈਵੋਲੂਸ਼ਨ ਵੱਧਦਾ ਗਿਆ, ਠੀਕ ਹੈ। ਤਾਂ ਹੀ ਇਹਨਾਂ ਕੰਟਰੀਜ਼ ਦੇ ਵਿੱਚ ਤਾਂ ਇਹ ਦੇਖੋ ਇੰਗਲੈਂਡ ਵਾਲੇ, ਫਰਾਂਸ ਵਾਲੇ, ਠੀਕ ਹੈ, ਇਟਲੀ ਵਾਲੇ, ਇਹ ਇਹਨਾਂ ਲੋਕਾਂ ਨੇ ਦੂਸਰੇ ਕੰਟਰੀਜ਼ ਦੇ ਵਿੱਚ ਜਾ ਕੇ ਆਪਣਾ ਕਬਜ਼ਾ ਸ਼ੁਰੂ ਕਰ ਦਿੱਤਾ, ਠੀਕ ਹੈ ਜੀ। ਫਿਰ ਇਹਨਾਂ ਨੂੰ ਉਹੀ ਮੈਂ ਤੁਹਾਨੂੰ ਜਿਹੜਾ ਦੱਸਿਆ ਵੀ ਕਲੋਨੀਆਂ ਦੀ ਰॉ ਮਟੀਰੀਅਲ ਲਈ ਚਾਹੀਦੀ ਸੀ, ਰੈਡੀ ਮਾਰਕੀਟ ਚਾਹੀਦੀ ਸੀ, ਠੀਕ ਹੈ, ਉਹ ਇਹਨਾਂ ਨੇ ਦੂਸਰੇ ਕੰਟਰੀਜ਼ 'ਤੇ ਕਬਜ਼ਾ ਕਰਕੇ ਕੀਤਾ। ਇਹਦੇ ਨਾਲ ਕੀ ਹੋਇਆ, ਜਿਹੜੀ ਵਰਲਡ ਦੀ GDP ਹੈ ਉਹ ਇਨਕਰੀਜ਼ ਹੋ ਗਈ 1 to 5%। ਲੋਕਾਂ ਕੋਲ ਪੈਸਾ ਆਉਣ ਲੱਗ ਗਿਆ, ਟੈਲੀਗ੍ਰਾਫ ਸਿਸਟਮ ਸਟਾਰਟ ਹੋ ਗਿਆ, ਕਮਿਊਨੀਕੇਸ਼ਨ ਸਿਸਟਮ ਸਟਾਰਟ ਹੋ ਗਿਆ। ਪਹਿਲੇ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਨਹੀਂ ਸੀ, ਇੱਕ ਲੋਕਲ ਏਰੀਆ ਦੇ ਵਿੱਚ ਲੋਕ ਉਨੀ ਕੁ ਪ੍ਰੋਡਕਸ਼ਨ ਕਰਦੇ ਜਿੰਨੀ ਜ਼ਰੂਰਤ ਸੀ। ਉਸ ਤੋਂ ਬਾਅਦ ਫਿਰ ਪ੍ਰੋਡਕਸ਼ਨ ਸਟਾਰਟ ਹੋ ਗਈ, ਠੀਕ ਹੈ ਜੀ। ਫਸਟ ਸੀਵਿੰਗ ਮਸ਼ੀਨ ਜਿਹੜੀ ਸੀ ਇਹ ਡਿਜ਼ਾਈਨ ਹੋਈ 8 ਸਤੰਬਰ 1846 ਨੂੰ, ਠੀਕ ਹੈ ਜੀ। ਬਟ ਇਹਨਾਂ ਦੇ ਵਿੱਚ ਕੀ ਸੀਗਾ, ਜਿਹੜੀ ਟੈਕਨੋਲੋਜੀ ਸੀ ਇਹ ਦੂਸਰੇ ਕੰਟਰੀਜ਼ ਦੇ ਵਿੱਚ ਟਰਾਂਸਫਰ ਨਹੀਂ ਕਰਦੇ ਸੀ, ਉਹਨਾਂ ਕੰਟਰੀਜ਼ ਦੇ ਵਿੱਚ ਹੀ ਰੱਖਦੇ ਸੀਗੇ ਅਤੇ ਲੋਕਾਂ ਨੂੰ ਬਾਹਰ ਜਾ ਕੇ ਕੰਮ ਕਰਨਾ ਪੈਂਦਾ ਸੀਗਾ ਉਹਨਾਂ ਕੰਟਰੀਜ਼ ਦੇ ਵਿੱਚ। ਫਿਰ ਦੂਜਾ ਸੈਕਿੰਡ ਫੇਸ ਆਫ ਰੈਵੋਲੂਸ਼ਨ ਹੋਇਆ, ਇੰਡਸਟਰੀ ਰੈਵੋਲੂਸ਼ਨ ਹੋਇਆ 1850 ਤੋਂ 1914। ਇਹਨੂੰ ਕਹਿੰਦੇ ਨੇ ਏਜ ਆਫ ਸਾਇੰਸ ਐਂਡ ਮਾਸ ਪ੍ਰੋਡਕਸ਼ਨ। ਇਹਦੇ ਵਿੱਚ ਸਾਇੰਸ ਦੀ ਬੜੀ ਗਰੋਥ ਹੋਈ, ਪ੍ਰੋਡਕਸ਼ਨ ਬਹੁਤ ਜ਼ਿਆਦਾ ਮਾਸ ਪ੍ਰੋਡਕਸ਼ਨ ਹੋ ਗਿਆ, ਹੈ ਨਾ। ਇਹ ਜਿਹੜੇ ਸੀਗੇ USA ਅਤੇ ਜਿਹੜੇ ਸੀਗੇ ਜਰਮਨੀ ਵਾਲੇ, ਠੀਕ ਹੈ, ਇਹਨਾਂ ਲੋਕਾਂ ਨੇ ਆ ਦੇਖੋ ਜਰਮਨੀ, ਤੁਹਾਡੀ ਜਰਮਨੀ ਪਹਿਲੇ ਤਾਂ ਇੰਗਲੈਂਡ ਦੇ ਵਿੱਚ ਸੀਗਾ, ਹੁਣ ਜਰਮਨੀ ਇਹਨੂੰ ਲੀਡ ਕਰ ਰਿਹਾ ਸੀ, USA ਇਹਨੂੰ ਲੀਡ ਕਰ ਰਿਹਾ ਸੀ, ਠੀਕ ਹੈ। ਇਹਦੇ ਨਾਲ ਕੀ ਹੋਇਆ, ਜਿਹੜੀ ਵਰਲਡ ਦੀ ਜਿਹੜੀ GDP ਸੀ ਇਹ 5 to 25% ਇਨਕਰੀਜ਼ ਹੋ ਗਈ। ਇਹਦੇ ਵਿੱਚ ਵੀ ਉਹੀ ਪ੍ਰੋਬਲਮ ਸੀ, ਟੈਕਨੋਲੋਜੀ ਵਾਜ਼ ਟਰਾਂਸਫਰਡ ਨਹੀਂ, ਨੋ ਟੈਕਨੋਲੋਜੀ ਵਾਜ਼ ਟਰਾਂਸਫਰਡ, ਇੱਕ ਦੂਜੇ ਕੰਟਰੀ 'ਚ ਨਹੀਂ ਹੁੰਦੀ ਸੀ, ਲੋਕ ਉੱਥੇ ਹੀ ਕਰਦੇ ਸੀ, ਠੀਕ ਹੈ। ਆਟੋਮੇਸ਼ਨ ਬਹੁਤ ਜ਼ਿਆਦਾ ਵੱਧ ਗਈ, ਠੀਕ ਹੈ ਜੀ। ਸਟੀਲ ਦੀ ਜਿਹੜੀ ਮਾਸ ਪ੍ਰੋਡਕਸ਼ਨ ਸਟਾਰਟ ਹੋਣ ਲੱਗੀ, ਫਸਟ ਇੰਡਸਟਰੀਅਲ ਰੈਵੋਲੂਸ਼ਨ 'ਚ ਆਇਰਨ ਸੀਗੀ, ਹੁਣ ਸਟੀਲ, ਠੀਕ ਹੈ ਜੀ। ਪਾਵਰ ਸੋਰਸ ਕਿਤੇ ਪੈਟਰੋਲੀਅਮ ਯੂਜ਼ ਹੋਣ ਲੱਗ ਗਿਆ, ਇਲੈਕਟ੍ਰੀਸਿਟੀ ਯੂਜ਼ ਹੋਣ ਲੱਗ ਗਈ। ਨਿਊ ਇੰਜਨ ਜਿਹੜੇ ਸੀ ਇੰਟਰਨਲ ਕੰਬਕਸ਼ਨ ਇੰਜਨ ਆ ਗਏ, ਪਹਿਲੇ ਸਟੀਮ ਇੰਜਨ ਸੀਗੇ। ਨਵੀਆਂ ਟੈਕਨੋਲੋਜੀਜ਼ ਆ ਗਈਆਂ, ਆਟੋਮੋਬਾਈਲ ਸੈਕਟਰ, ਸਟੀਲ ਅਸੈਂਬਲੀ ਲਾਈਨ ਦਾ ਦੇਖੋ ਫੋਟੋ ਬਣੀ ਹੈ, ਇਹਦੇ ਵਿੱਚ ਕਾਰਾਂ 'ਤੇ ਅਸੈਂਬਲੀ ਲਾਈਨ ਤਿਆਰ ਹੋਣ, ਕਾਰਾਂ ਬਣਨ ਲੱਗ ਗਈਆਂ, ਠੀਕ ਹੈ। ਕੈਮੀਕਲਸ, ਰੇਲ, ਰੋਡ, ਟੈਲੀਗ੍ਰਾਫ, ਟੈਲੀਫੋਨ, ਰੇਡੀਓ, ਇਮਿਊਨਾਈਜੇਸ਼ਨ, ਜਿਹੜੇ ਹਥਿਆਰ ਬਹੁਤ ਬਣੇ ਇਸ ਟਾਈਮ ਦੇ ਵਿੱਚ, ਹਥਿਆਰ ਬਹੁਤ ਬਣੇ ਅਤੇ ਜਿਨ੍ਹਾਂ ਦੇ ਕਰਕੇ World War I ਹੋਈ 1914 to 1918 ਅਤੇ ਫਿਰ ਸੈਕਿੰਡ ਵਰਲਡ ਵਾਰ ਹੋਈ 1939 to 1945। ਇਹ ਬਹੁਤ ਜ਼ਿਆਦਾ ਹੁਣ ਇੰਡਸਟਰੀ ਦੇ ਵਿੱਚ ਜਿਹੜੀ ਸੀ ਚੀਜ਼ਾਂ ਬਣਨ ਲੱਗ ਗਈਆਂ, ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋਣ ਲੱਗ ਗਈ। ਫਿਰ ਥਰਡ ਫੇਸ ਆਫ ਇੰਡਸਟਰੀਅਲ ਰੈਵੋਲੂਸ਼ਨ ਆਇਆ 1950+, ਕਿਉਂਕਿ World War 1939 to 45 ਤੱਕ ਤਾਂ ਵਰਲਡ ਵਾਰ ਚੱਲਦੀ ਰਹੀ।
ਉਸ ਤੋਂ ਬਾਅਦ 'ਚ ਜਿਹੜਾ ਫੇਸ ਆਇਆ 1950s ਤੋਂ ਬਾਅਦ 'ਚ ਆਇਆ, ਠੀਕ ਹੈ, ਜਿਹੜਾ ਹੁਣ ਵੀ ਇਹੀ ਚੱਲ ਰਿਹਾ ਹੈ, 2020 ਤੱਕ ਵੀ ਇਹੀ ਹੈ। ਇਹਨੂੰ ਕਹਿੰਦੇ ਡਿਜੀਟਲ ਰੈਵੋਲੂਸ਼ਨ। ਇਹਦੇ ਵਿੱਚ ਸਾਡਾ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਵਿੱਚ ਗਰੋਥ ਹੋਈ, ਇੰਟਰਨੈਟ, ਕੰਪਿਊਟਰ, IT, ਇਹਨਾਂ ਫੀਲਡਾਂ ਦੇ ਵਿੱਚ ਐਨਰਜੀ ਦੇ ਵਿੱਚ ਗਰੋਥ ਹੋਈ, ਰੋਬੋਟਿਕਸ, ਡਿਜੀਟਾਈਜੇਸ਼ਨ ਆਫ ਮੈਨੂਫੈਕਚਰਿੰਗ, ਸਾਰਾ ਕੁਝ ਡਿਜੀਟਲਾਈਜ਼ ਹੋ ਗਿਆ, ਠੀਕ ਹੈ ਜੀ। ਵਰਲਡ ਦੀ ਜਿਹੜੀ ਐਕਸਪੈਂਸ਼ਨ ਸੀ ਹੋਈ, ਜਿਹੜੀ ਵਰਲਡ ਦੀ, ਇਹ ਇਨਕਰੀਜ਼ ਹੋ ਗਈ, ਠੀਕ ਹੈ। ਸਾਰੇ ਕੰਟਰੀ ਦੀ ਜਿਹੜੀ ਸੀ, ਹੁਣ ਇੰਡੀਆ ਜਿਹੜਾ ਹੈਗਾ ਸੈਕਿੰਡ ਨੰਬਰ 'ਤੇ ਹੈ ਇੰਟਰਨੈਟ ਡਾਟਾ ਯੂਜ਼ ਕਰਨ ਦੇ ਵਿੱਚ, ਇੰਗਲਿਸ਼ ਸਪੀਕਿੰਗ ਦੇ ਵਿੱਚ। ਅਤੇ ਜਿਹੜੀ ਇੰਡੀਆ ਇੱਕ ਨਿਊ ਜਿਹੜੀ ਜਨਰੇਸ਼ਨ ਹੈ, ਬੜੀ ਤੁਹਾਡੀ ਯੰਗ ਜਨਰੇਸ਼ਨ ਹੈ, 27 ਸਾਲ ਤੋਂ ਘੱਟ, 50% ਤੋਂ ਜ਼ਿਆਦਾ ਨੇ, ਠੀਕ ਹੈ। ਇਹ ਚੀਜ਼ਾਂ ਜਿਹੜੀ ਡਿਜੀਟਲ ਰੈਵੋਲੂਸ਼ਨ ਦਾ ਹੋਇਆ, ਅੱਜ ਵੀ ਅਸੀਂ ਹੁਣ ਕਿੰਨਾ ਅਸੀਂ ਮੋਬਾਈਲ ਯੂਜ਼ ਕਰਦੇ ਹਾਂ, ਕਿੰਨਾ ਕੁਛ ਕਰਦੇ ਹਾਂ, ਪਹਿਲੇ ਥੋੜ੍ਹੀ ਕਰਦੇ ਸੀਗੇ। ਸਾਰਾ ਕੁਝ 1950 ਤੋਂ ਬਾਅਦ 'ਚ ਟੈਕਨੋਲੋਜੀ ਆਈ, ਠੀਕ ਹੈ ਜੀ। ਹੁਣ ਜਿਹੜਾ ਆਉਣ ਵਾਲਾ ਟਾਈਮ ਹੈ, ਇਹ ਦੇਖੋ, ਇਹ ਬੜਾ ਇੰਪੋਰਟੈਂਟ ਹੈ। ਆਪਾਂ ਕਹਿੰਦੇ ਹਾਂ ਜੀ ਰੁਜ਼ਗਾਰ ਨਹੀਂ ਹੈਗਾ, ਹੋਰ ਚੀਜ਼ਾਂ ਨੇ। ਹੁਣ ਇਹ ਚੀਜ਼ਾਂ ਜਿਹੜੀਆਂ ਨੇ ਟੈਕਨੋਲੋਜੀ ਦੇ ਨਾਲ, ਇਹ ਚੀਜ਼ਾਂ ਚੇਂਜ ਹੁੰਦੀਆਂ ਜਾ ਰਹੀਆਂ। ਹੁਣ ਜੋ 4th ਇੰਡਸਟਰੀਅਲ ਰੈਵੋਲੂਸ਼ਨ ਆ ਰਿਹਾ ਹੈ, ਇਹ ਹੁਣ ਸਟਾਰਟ ਹੋਏਗਾ। ਇਹਦੇ ਵਿੱਚ ਰੋਬੋਟਿਕਸ, ਜੈਨੇਟਿਕ ਸੀਕੁਐਂਸਿੰਗ ਐਂਡ ਐਡੀਟਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਤਲਬ ਆਪਣੇ ਆਪ ਹੀ ਆਟੋਮੈਟਿਕਲੀ ਲੋਕ ਉਹ ਕਰਨਗੇ। 3D ਪ੍ਰਿੰਟਿੰਗ ਹੈ, ਮਿਨੀਏਚਰ ਛੋਟੇ ਸੈਂਸਰਸ ਆ ਜਾਣਗੇ, ਮਸ਼ੀਨ ਲਰਨਿੰਗ, ਇੰਟਰਨੈਟ ਆਫ ਥਿੰਗਸ ਐਂਡ ਸਰਵਿਸ, ਬਲੌਕਚੇਨ, ਬਿਗ ਡਾਟਾ, ਡਰੋਨਸ, ਲੇਜ਼ਰਸ, ਆਟੋਮੇਸ਼ਨ, ਮੋਬਾਈਲ ਇੰਟਰਨੈਟ, ਆਟੋਮੋਬਾਈਲ, ਨੈਨੋ ਟੈਕਨੋਲੋਜੀ, ਕੁਆਂਟਮ ਕੰਪਿਊਟਿੰਗ, ਫੈਕਟਰੀਜ਼ ਬਿਕਮ ਡੀਸੈਂਟਰਲਾਈਜ਼। ਦੇਖੋ, ਆਪਣੇ ਆਪ ਹੀ ਆਟੋਮੈਟਿਕ ਕੰਪਨੀਜ਼ ਆ ਜਾਣਗੀਆਂ। ਜਿਹੜਾ ਬੰਦਾ ਇਹਨਾਂ ਟੈਕਨੋਲੋਜੀਜ਼ ਨੂੰ ਸਿੱਖੇਗਾ, ਠੀਕ ਹੈ, ਉਹ ਕਦੀ ਨਹੀਂ ਮਾਰ ਖਾ ਸਕਦਾ। ਇੰਜੀਨੀਅਰਿੰਗ ਵਾਲਿਆਂ ਲਈ ਬਹੁਤ ਸਕੋਪ ਹੈ ਆਉਣ ਵਾਲੇ ਫਿਊਚਰ ਦੇ ਵਿੱਚ। ਸਿਰਫ ਸਾਨੂੰ ਇਹ ਚੀਜ਼ਾਂ ਸਮਝਣ ਦੀ ਲੋੜ ਹੈ। ਸਾਨੂੰ ਐਨਰਜੀ ਸੋਰਸਿਸ ਨਵੇਂ ਆਉਣਗੇ, ਸਾਡੀ ਸਮਾਰਟ ਫੈਕਟਰੀਜ਼ ਹੋ ਜਾਣਗੀਆਂ, ਬਾਇਓ ਟੈਕਨੋਲੋਜੀ, ਫਿਊਜ਼ਨ ਆਫ ਟੈਕਨੋਲੋਜੀਜ਼ ਰੇਂਜਿੰਗ ਫਰੋਮ ਫਿਜ਼ੀਕਲ, ਡਿਜੀਟਲ ਐਂਡ ਬਾਇਓਲੋਜੀਕਲ ਸਫੀਅਰ, ਸੌਫਟਵੇਅਰਸ ਬਹੁਤ ਨਵੇਂ ਆ ਰਹੇ ਨੇ, ਮੈਡੀਸਨ 'ਚ ਬੜਾ ਹੋ ਰਿਹਾ ਹੈ ਕੰਮ, ਠੀਕ ਹੈ ਜੀ। ਹੁਣ ਕੰਬੀਨੇਸ਼ਨ ਆਫ ਹਿਊਮਨ ਬੀਇੰਗ ਇਲੈਕਟ੍ਰੋਨਿਕਸ, ਮੈਨ ਮਸ਼ੀਨ ਅਤੇ ਇੰਟੈਲੀਜੈਂਸ 'ਤੇ ਬੜਾ ਕੰਮ ਹੋ ਰਿਹਾ ਹੈ, ਠੀਕ ਹੈ ਜੀ। ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀਆਂ ਨੇ। ਇੰਜੀਨੀਅਰਿੰਗ ਵਾਲੇ ਬੱਚੇ ਜਿਹੜੇ ਨੇ, ਠੀਕ ਹੈ, ਉਹ ਬਹੁਤ ਇੰਜੀਨੀਅਰਿੰਗ ਇੰਪੋਰਟੈਂਟ ਚੀਜ਼ ਹੋ ਰਹੀ ਹੈ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਇਹਨਾਂ ਚੀਜ਼ਾਂ ਲਈ ਇੱਕ ਜਿਹੜੀ ਮੈਨ ਪਾਵਰ ਚਾਹੀਦੀ ਹੈ, ਉਹ ਇਸ ਲੈਵਲ ਦੀ ਚਾਹੀਦੀ ਹੈ ਜਿਹੜੀ ਕਿ ਟੈਕਨੀਕਲੀ ਬੜੀ ਸਟਰੋਂਗ ਹੋਵੇ, ਠੀਕ ਹੈ ਨਾ। ਅਸੀਂ ਇਹ ਜਿਹੜਾ ਇੰਜੀਨੀਅਰਿੰਗ ਵਾਲਾ ਸਿਸਟਮ ਹੈ, ਉਹ ਤਾਂ ਹਮੇਸ਼ਾ ਚੱਲਣਾ ਹੀ ਚੱਲਣਾ ਹੈ। ਇਸ ਤੋਂ ਬਿਨਾਂ ਤਾਂ ਦੁਨੀਆ ਦੇ ਵਿੱਚ ਅੰਧੇਰਾ ਹੀ ਅੰਧੇਰਾ। ਜੇ ਇੰਜੀਨੀਅਰਿੰਗ ਨਾ ਹੋਵੇ ਨਾ, ਦੁਨੀਆ ਵਿੱਚ, ਸਾਰੀ ਦੁਨੀਆ ਵਿੱਚ ਅੰਧੇਰਾ ਹੀ ਹੋਵੇ, ਠੀਕ ਹੈ। ਕੋਈ ਬਲਬ ਨਾ ਹੋਵੇ, ਕੋਈ ਰੋਡ ਨਾ ਹੋਵੇ, ਕੋਈ ਕਾਰ ਨਾ ਹੋਵੇ, ਕੋਈ ਟੈਲੀਫੋਨ ਨਾ ਹੋਵੇ, ਕੁਛ ਵੀ ਨਾ ਹੋਵੇ। ਉਸ ਤੋਂ ਬਿਨਾਂ ਤੁਸੀਂ ਦੇਖ ਲਓ ਕਿੱਦਾਂ ਦੀ ਦੁਨੀਆ ਹੋਵੇ, ਅੰਧੇਰਾ, ਬਿਲਕੁਲ ਅੰਧੇਰਾ। ਹੁਣ ਇੰਡੀਆ ਦਾ ਵੀ ਦੇਖੋ ਬਹੁਤ ਆਉਣ ਵਾਲੇ 4th ਇੰਡਸਟਰੀਅਲ ਰੈਵੋਲੂਸ਼ਨ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ, ਠੀਕ ਹੈ। ਸੈਨ ਫਰਾਂਸਿਸਕੋ, USA ਦਾ, ਜਾਪਾਨ, ਚਾਈਨਾ, ਅਤੇ ਇੱਕ ਸੈਂਟਰਸ ਖੋਲ੍ਹ ਰਹੇ ਨੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ, ਠੀਕ ਹੈ। ਜਿਹੜਾ ਚੌਥਾ ਸੈਂਟਰ ਹੈ ਇੰਡੀਆ ਦੇ ਵਿੱਚ ਖੁੱਲ੍ਹ ਰਿਹਾ, ਜਿਹੜੇ ਦੂਸਰੇ ਨੇ USA, ਜਾਪਾਨ ਅਤੇ ਚਾਈਨਾ ਵਿੱਚ। ਇੰਡੀਆ ਦਾ ਕੰਟਰੀਬਿਊਸ਼ਨ ਬਹੁਤ ਹੈ ਆਉਣ ਵਾਲੇ ਟਾਈਮ ਦੇ ਵਿੱਚ, ਠੀਕ ਹੈ। ਬਹੁਤ ਵੱਡਾ ਰੋਲ ਇੰਡੀਆ ਪਲੇ ਕਰ ਰਿਹਾ, ਠੀਕ ਹੈ। ਹੁਣ ਇਹਦੇ ਬੈਨੀਫਿਟਸ ਕੀ ਨੇ ਇੰਡਸਟਰੀਅਲ ਰੈਵੋਲੂਸ਼ਨ ਦੇ? ਗਰੀਬੀ ਘਟੇਗੀ, ਠੀਕ ਹੈ। ਹੈਲਥ ਕੇਅਰ ਸਰਵਿਸ ਬੈਟਰ ਹੋਣਗੀਆਂ, ਸਸਤੀਆਂ ਹੋਣਗੀਆਂ। ਫਾਰਮਰਸ ਦੀ ਇਨਕਮ ਵਧੇਗੀ, ਠੀਕ ਹੈ ਜੀ। ਨਿਊ ਟੈਕਨੋਲੋਜੀ ਜਾਂ ਇਕੁਇਪਮੈਂਟਸ ਜਿਹੜੇ ਫਾਰਮਰਸ ਯੂਜ਼ ਕਰਦੇ ਨੇ, ਉਹ ਆਉਣਗੇ। ਇਨਫਰਾਸਟਰਕਚਰ ਦੀ ਅਤੇ ਕਨੈਕਟੀਵਿਟੀ ਦੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੋ ਜਾਏਗੀ। ਆਰਟੀਫਿਸ਼ੀਅਲ ਇੰਟੈਲੀਜੈਂਸ ਟੂ ਇੰਪਾਵਰ ਇਨੇਬਲ ਸਪੈਸ਼ਲੀ ਏਬਲ ਪੀਪਲ, ਠੀਕ ਹੈ ਜੀ। ਜ਼ਿੰਦਗੀ ਜੀਣ ਦੀ ਜਿਹੜੀ ਕਾਸਟ ਹੈ, ਉਹ ਇੰਪਰੂਵ ਹੋਏਗੀ, ਠੀਕ ਹੈ। ਬਿਜ਼ਨਸ ਜਿਹੜੇ ਨੇ ਉਹ ਇੰਪਰੂਵ ਹੋਣਗੇ। ਇਹ ਸਾਰਾ ਕੁਝ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਚੀਜ਼ਾਂ ਹੋਣਗੀਆਂ, ਠੀਕ ਹੈ। ਬਸ ਮੈਂ ਤੁਹਾਨੂੰ ਸਿਰਫ ਇਹੀ ਚੀਜ਼, ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ। ਦੇਖੋ, ਅਸੀਂ ਆਪਣੇ ਪਾਸਟ ਨੂੰ ਸਮਝੀਏ। ਇੰਜੀਨੀਅਰਿੰਗ ਦਾ ਕੀ ਸਟੇਟਸ, ਇੰਡਸਟਰੀਅਲ ਰੈਵੋਲੂਸ਼ਨ ਦਾ ਪਾਸਟ ਕੀ ਸੀ, ਪ੍ਰੈਜੈਂਟ ਕੀ ਹੈ, ਫਿਊਚਰ ਕੀ ਹੈ। ਇਹ ਬਹੁਤ ਇੰਪੋਰਟੈਂਟ ਚੀਜ਼ਾਂ ਨੇ, ਸਾਨੂੰ ਸਮਝਣੀਆਂ ਪੈਣਗੀਆਂ, ਠੀਕ ਹੈ। ਇਹਦੇ ਨਾਲ, ਕਿਉਂਕਿ ਆਉਣ ਵਾਲਾ ਆਪਾਂ ਸੋਚਦੇ ਵੀ ਕਿਹੜੇ ਫੀਲਡਸ ਨੇ, ਸਾਨੂੰ ਐਟਲੀਸਟ ਫੀਲਡਸ ਦਾ ਤਾਂ ਪਤਾ ਲੱਗੂਗਾ ਨਾ, ਵੀ ਕਿਹੜੇ ਫੀਲਡਸ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ। ਇੰਜੀਨੀਅਰਿੰਗ ਜਿਹੜਾ ਹਮੇਸ਼ਾ ਹੀ ਸਦਾ ਬਾਹਰ, 1850 ਤੋਂ ਦੇਖੋ, ਜਦੋਂ ਤੋਂ ਫਸਟ ਇੰਡਸਟਰੀਅਲ ਰੈਵੋਲੂਸ਼ਨ ਇੰਗਲੈਂਡ ਤੋਂ ਸਟਾਰਟ ਹੋਇਆ ਸੀ, ਉਸ ਤੋਂ ਬਾਅਦ 'ਚ ਕਿੰਨੀ ਦੁਨੀਆ ਬਦਲ ਗਈ, ਠੀਕ ਹੈ, ਹਰ ਪੁਆਇੰਟ ਆਫ ਵਿਊ ਨਾਲ। ਅਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਰਿਕੁਐਸਟ ਹੈ, ਤੁਸੀਂ ਇੰਜੀਨੀਅਰਿੰਗ ਸਾਰੇ ਸਟੂਡੈਂਟਸ ਜਿਹੜੇ ਨੇ, ਉਸ ਚੀਜ਼ ਬਾਰੇ ਕੰਸਨਟ੍ਰੇਸ਼ਨ ਕਰੋ, ਅਤੇ ਠੀਕ ਹੈ, ਅਤੇ ਇੰਜੀਨੀਅਰਿੰਗ ਕਰੋ, ਤਾਂ ਕਿ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਫਿਊਚਰ ਜਿਹੜਾ ਹੈ ਬਹੁਤ ਹੀ ਵਧੀਆ ਹੋ ਸਕੇ, ਠੀਕ ਹੈ ਜੀ। ਤੁਹਾਨੂੰ ਇਹ ਜੇ ਵੀਡੀਓ ਚੰਗਾ ਲੱਗਿਆ ਤਾਂ ਜ਼ਰੂਰ ਅੱਗੇ ਸ਼ੇਅਰ ਕਰਿਓ, ਠੀਕ ਹੈ। ਧੰਨਵਾਦ, ਬਹੁਤ ਇੰਪੋਰਟੈਂਟ ਚੀਜ਼ਾਂ ਤੁਹਾਨੂੰ ਦੱਸੀਆਂ ਨੇ ਅੱਜ, ਠੀਕ ਹੈ। ਚਲੋ, ਸ਼ੁਕਰੀਆ ਜੀ, ਥੈਂਕ ਯੂ।